ਸਤਿ ਸ਼੍ਰੀ ਅਕਾਲ ਦੋਸਤੋ। ਤਕਰੀਬਨ ਡੇਢ ਮਹੀਨਾ ਕੈਨੇਡਾ ਵਿਜ਼ਿਟ ਤੋਂ ਬਾਅਦ ਅੱਜ ਫਸਟ ਟਾਈਮ ਮੋਗਾ ਆਫਿਸ ਬੈਠਾ। ਪੰਜਾਬ ਆ ਕੇ ਦੁਬਾਰਾ ਕੰਮ ਨੂੰ ਸ਼ੁਰੂ ਕੀਤਾ ਆ, ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਆ। ਪਰ ਜਿਹੜਾ ਅੱਜ ਫਸਟ ਡੇ ਸੀ ਮੋਗਾ ਆਫਿਸ ਦੇ ਵਿੱਚ, ਆਉਣ ਸਾਰ ਹੀ ਜਦੋਂ ਮੈਂ ਐਂਟਰੀ ਹੋਇਆ ਆਫਿਸ ਦੇ ਵਿੱਚ ਤਾਂ ਤਕਰੀਬਨ 25-30 ਪਾਸਪੋਰਟ ਰਿਸੀਵ ਹੋਏ ਸੀਗੇ, ਜਿਨ੍ਹਾਂ ਦੇ ਵਿੱਚ ਓਪਨ ਵਰਕ ਪਰਮਿਟ, ਸਟੂਡੈਂਟ ਵੀਜ਼ਾਸ, ਵਿਜ਼ਿਟਰ ਵੀਜ਼ਾਸ, ਜਿਹੜੇ ਕੁਝ ਕੁ ਪਾਸਪੋਰਟ ਸੀਗੇ ਉਹ ਅਲੱਗ-ਅਲੱਗ ਜਿਹੜੀਆਂ ਸਾਡੀਆਂ ਬ੍ਰਾਂਚਿਸ ਹੁੰਦੀਆਂ ਉੱਥੇ ਭੇਜ ਦਿੱਤੇ ਜਾਂਦੇ ਨੇ। ਬਟ ਜਿਹੜੇ ਕੋਲੇ ਨੇ ਉਹ ਤੁਹਾਨੂੰ ਮੈਂ ਤੁਹਾਡੇ ਨਾਲ ਉਹ ਸਕਸੈਸ ਸਟੋਰੀਜ਼ ਸ਼ੇਅਰ ਕਰੂੰਗਾ। ਜਿਹੜੇ ਤਕਰੀਬਨ 3 ਪਾਸਪੋਰਟ ਇਸ ਵਕਤ ਵਰਕਰ ਵੀਜ਼ਾ ਦੇ ਨੇ, ਜਿਨ੍ਹਾਂ ਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਹੁਣਾਂ ਦਾ ਵਰਕਰ ਵੀਜ਼ਾ 1 ਸਾਲ ਦਾ ਲੱਗ ਕੇ ਆਇਆ ਜੀ, ਐਂਡ ਨਿਰਮਲ ਸਿੰਘ ਹੁਣਾਂ ਦਾ ਵਰਕਰ ਇਹ ਵੀ 1 ਸਾਲ ਦਾ ਲੱਗ ਕੇ ਆਇਆ ਜੀ। ਅਮਨਪ੍ਰੀਤ ਸਿੰਘ ਹੁਣਾਂ ਦਾ ਵਰਕਰ 1 ਸਾਲ ਦਾ ਲੱਗ ਕੇ ਆਇਆ ਜੀ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਵਿਜ਼ਿਟਰਸ ਦੀ ਤਾਂ ਜਸਵਿੰਦਰ ਕੌਰ ਹੁਣਾਂ ਦਾ ਵਿਜ਼ਿਟਰ ਆ ਜੀ, 10 ਸਾਲ ਦਾ ਲੱਗ ਕੇ ਆਇਆ ਜੀ ਪੂਰਾ। ਐਂਡ ਬਲਰਾਜ ਸਿੰਘ ਹੁਣਾਂ ਦਾ ਵਿਜ਼ਿਟਰ ਆ ਜੀ, ਪੂਰਾ 10 ਸਾਲ ਦਾ ਲੱਗ ਕੇ ਆਇਆ ਜੀ। ਸੁਰਿੰਦਰ ਕੌਰ ਹੁਣਾਂ ਦਾ ਵਿਜ਼ਿਟਰ ਹੈ ਜੀ, ਇਹ ਵੀ 10 ਈਅਰਸ ਦਾ ਲੱਗ ਕੇ ਆਇਆ ਜੀ। ਗੁਰਮੀਤ ਸਿੰਘ ਹੁਣਾਂ ਦਾ ਵਿਜ਼ਿਟਰ ਹੈ ਜੀ, 25 ਤੱਕ ਲੱਗ ਕੇ ਆਇਆ ਜੀ। ਉਸ ਤੋਂ ਬਾਅਦ ਕੁਲਵੰਤ ਕੌਰ ਹੁਣਾਂ ਦਾ ਵਿਜ਼ਿਟਰ ਹੈ ਜੀ, 26 ਤੱਕ ਸਟੈਂਪ ਹੋ ਕੇ ਆਇਆ ਜੀ, ਜਿੰਨਾ ਚਿਰ ਪਾਸਪੋਰਟ ਦੀ ਵੈਲਿਡਿਟੀ ਸੀ। ਸਟੂਡੈਂਟ ਰਹਿ ਗਏ ਜੀ ਕੁਝ ਕੁ, ਮੇਰੇ ਕੋਲ ਪਾਸਪੋਰਟ 2 ਹੀ ਸ਼ਾਇਦ। ਕੁਲਦੀਪ ਕੌਰ ਹੁਣਾਂ ਦਾ ਸਟੂਡੈਂਟ ਵੀਜ਼ਾ ਡਨ ਹੋ ਕੇ ਆਇਆ ਜੀ। ਰਣਦੀਪ ਕੌਰ ਸਟੂਡੈਂਟ ਡਨ ਹੋ ਕੇ ਆਇਆ ਜੀ। ਅਭਿਸ਼ੇਕ ਆਨੰਦ ਜੀ, ਅਪੁਆਇੰਟਮੈਂਟ ਕਰ ਲੈ ਸਕਦੇ ਹੋ ਜੀ ਤੁਸੀਂ। ਹੁਣ ਪੰਜਾਬ ਹੀ ਬੈਠੂ, ਪੰਜਾਬ ਦੇ ਆਫਿਸ 'ਚ ਹੀ ਬੈਠੂੰਗਾ ਜੀ, ਜ਼ਿਆਦਾਤਰ ਮੋਗਾ ਲੁਧਿਆਣਾ, ਤਾਂ ਮੋਗਾ ਆਫਿਸ ਦੇ ਵਿੱਚ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹਾਂ, ਜਾਂ ਜਿਹੜਾ ਮੇਰਾ ਟੋਲ ਫਰੀ ਨੰਬਰ ਆ ਉੱਤੇ ਕਾਲ ਕਰਕੇ ਵੀ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹਾਂ। ਐਂਡ ਜੋ ਬੇਸਿਕਲੀ ਚਲੋ ਉਹਦਾ ਪਾਸਪੋਰਟ ਮਿਲ ਗਏ ਸੀਗੇ, ਤਾਂ ਕਰਕੇ ਤੁਹਾਡੇ ਨਾਲ ਸਕਸੈਸ ਸਟੋਰੀਜ਼ ਸਾਂਝੀਆਂ ਕਰ ਲਈਦੀਆਂ। ਅਵੇਅਰਨੈਸ ਦੇ ਨਾਲ ਐਡਵਰਟਾਈਜ਼ਮੈਂਟ ਵੀ ਜ਼ਰੂਰੀ ਆ, ਕਿਉਂਕਿ ਜੋ ਇੱਥੇ ਬੈਠ ਕੇ ਬੋਲਣਾ, ਆਫਿਸ ਚਲਾਉਣੇ ਆ, ਇਹ ਸਾਰੇ ਬਿਜ਼ਨਸ ਦੇ ਨਾਲ ਹੀ ਚੱਲਦੇ ਆ, ਪੈਸੇ ਦੇ ਨਾਲ ਹੀ ਚੱਲਦੇ ਆ। ਪਰ ਜੋ ਗੱਲ ਮੈਂ ਹੁਣ ਤੁਹਾਡੇ ਨਾਲ ਕਰਨ ਜਾ ਰਿਹਾ ਇਹ ਬਿਜ਼ਨਸ ਤੋਂ ਹਟ ਕੇ ਆ। ਉਹ ਇਹ ਆ ਕਿ ਅੱਜ ਸੁਬਾਹ ਹੀ ਮਾਰਨਿੰਗ ਜਦੋਂ ਮੈਂ ਉੱਠਿਆ ਤਾਂ ਇੱਕ ਮੈਸੇਜ ਮੇਰੀ ਫੇਸਬੁੱਕ ਪਰਸਨਲ ਆਈਡੀ ਦੇ ਉੱਤੇ ਆਇਆ ਹੋਇਆ ਸੀ। ਵੈਨਕੂਵਰ ਦੇ ਕਿਸੇ ਵੀਰ ਨੇ ਮੈਨੂੰ ਮੈਸੇਜ ਕੀਤਾ ਸੀ। ਮੈਸੇਜ ਥਰੂ ਪੁੱਛਿਆ ਗਿਆ ਸੀ ਕਿ ਜੇ ਇੱਕ ਪਰਮਾਨੈਂਟ ਰੈਜ਼ੀਡੈਂਟ ਕੈਨੇਡਾ ਦੇ ਵਿੱਚ ਡਰਿੰਕ ਐਂਡ ਡਰਾਈਵ ਕਰਕੇ ਫੜਿਆ ਜਾਂਦਾ, ਡਰਿੰਕ ਐਂਡ ਡਰਾਈਵ ਦੇ ਚਾਰਜ ਹੋ ਜਾਂਦਾ ਡਰਿੰਕ ਐਂਡ ਡਰਾਈਵ ਦੇ ਵਿੱਚ, ਤਾਂ ਉਹਦੀਆਂ ਕੌਨਸੀਕੁਐਂਸਿਸ ਕੀ ਹੋ ਸਕਦੀਆਂ ਨੇ, ਮਤਲਬ ਕਿ PR ਕੈਂਸਲ ਹੋ ਸਕਦੀ ਹੈ। ਉਹਨੇ ਡਾਇਰੈਕਟ ਹੀ ਪੁੱਛਿਆ ਸੀ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀਰ, ਜੇ ਤੂੰ ਡਰਿੰਕ ਐਂਡ ਡਰਾਈਵ ਦੇ ਵਿੱਚ ਚਾਰਜ ਹੋਇਆ, ਮੈਂ ਤਾਂ ਕੋਈ ਲਾਇਰ ਨਹੀਂ ਹੈਗਾ, ਮੈਂ ਕੋਈ ਵਕੀਲ ਨਹੀਂ ਹੈਗਾ, ਪਰ ਜੇ ਫਿਰ ਵੀ ਤੂੰ ਮੇਰੇ ਤੋਂ ਸਵਾਲ ਪੁੱਛਿਆ ਮੈਂ ਕਲੀਅਰ ਕਰੂੰਗਾ ਸਾਰਿਆਂ ਨੂੰ ਉਸ ਗੱਲ ਨੂੰ। ਪਰ ਮੈਂ ਬੇਸਿਕਲੀ ਚਾਹੁੰਦਾ ਵੀ ਕੋਈ ਵੀ ਵਕੀਲ ਬਚਾ ਨਾ ਸਕੇ। ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਕੈਂਸਲ ਹੋਣੀ ਬਣਦੀ ਆ, ਜ਼ਰੂਰੀ ਵੀ ਆ। ਕੈਨੇਡਾ ਨੂੰ ਇਹ ਸਖਤ ਲਾਅ ਬਣਾਉਣੇ ਚਾਹੀਦੇ ਆ। ਉਹਦੇ ਪਿੱਛੇ ਕਾਰਨ ਕੀ ਆ? ਉਹਦੇ ਪਿੱਛੇ ਕਾਰਨ ਇਹ ਆ ਕਿ 2 ਮਹੀਨੇ ਪਹਿਲਾਂ ਦੀ ਗੱਲ ਆ, ਮਿਸੀਸਾਗਾ ਸ਼ਹਿਰ ਦੇ ਵਿੱਚ, ਜਿਹੜੇ ਬਰੈਂਟਨ ਮਿਸੀਸਾਗਾ GTA ਦੇ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਊ, ਵੈਸੇ ਤਾਂ ਆਲ ਓਵਰ ਕੈਨੇਡਾ ਹੀ ਇਹ ਗੱਲ ਨਿਊਜ਼ ਦੇ ਵਿੱਚ ਰਹੀ ਸੀ। 3 ਜਾਣੇ ਫੈਮਿਲੀ, ਹਸਬੈਂਡ ਵਾਈਫ, ਉਹਨਾਂ ਦਾ ਬੱਚਾ 2 ਸਾਲ ਦਾ, ਮਿਸੀਸਾਗਾ ਦੀ ਕਿਸੇ ਰੋਡ ਦੇ ਉੱਤੇ ਟਰਨ ਮਾਰ ਰਹੇ ਸੀ ਲੈਫਟ। ਇੱਕ ਕੈਨੇਡੀਅਨ ਸਿਟੀਜ਼ਨ ਜੋ ਦੂਸਰੀ ਸਾਈਡ ਤੋਂ ਆ ਰਿਹਾ ਸੀ, ਸਾਹਮਣਿਓਂ ਆ ਰਿਹਾ ਸੀ, ਡਰਿੰਕ ਕੀਤੀ ਹੋਈ ਸੀ, ਡਰੰਕ ਸੀਗਾ ਉਹ। ਰੈੱਡ ਲਾਈਟ ਜੰਪ ਕਰਕੇ ਲੈਫਟ ਟਰਨ ਮਾਰਦੇ ਹੋਏ ਉਹਨੇ ਗੱਡੀ ਨੂੰ ਹਿੱਟ ਕੀਤਾ। ਜੋ ਫੈਮਿਲੀ ਸੀ, ਬੱਚੇ ਦੀ ਤੇ ਮਾਂ ਦੀ ਔਨ ਸਪੌਟ ਡੈਥ ਹੋ ਗਈ, ਅਤੇ ਮੁੰਡਾ ਅੱਜ ਵੀ ਕੋਮਾ ਦੇ ਵਿੱਚ ਆ। ਅਤੇ ਮੁੰਡਾ ਹਜੇ ਕੋਮਾ 'ਚੋਂ ਬਾਹਰ ਨਹੀਂ ਆਇਆ, ਪਰ ਉਹ ਜਿਹੜਾ ਆਪਣਾ ਕੈਨੇਡੀਅਨ ਸਿਟੀਜ਼ਨ ਸੀ ਉਹ ਬੇਲ ਦੇ ਉੱਤੇ ਬਾਹਰ ਆ ਗਿਆ। ਹੁਣ ਉਹ ਜਿਹੜਾ ਫੈਮਿਲੀ ਦਾ ਲੋਸ ਆ, ਉਹਦੀ ਕੰਪਨਸੇਸ਼ਨ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਸਕਦੀ। ਸੋ ਗੱਲ ਮੈਂ ਕਰਨੀ ਚਾਹੁੰਦਾ, ਜਿਹੜੇ ਮੇਰੇ ਵੀਰ ਪਰਮਾਨੈਂਟ ਰੈਜ਼ੀਡੈਂਟ ਨੇ, ਸਿਟੀਜ਼ਨ ਦੀ ਤਾਂ ਗੱਲ ਨਹੀਂ ਕਰ ਸਕਦੇ, ਉਹ ਤਾਂ ਕੈਨੇਡੀਅਨ ਵਸਨੀਕ ਨੇ, ਕੈਨੇਡੀਅਨ ਉਹਨਾਂ ਨਾਲ ਤਾਂ ਕੈਨੇਡੀਅਨ ਗੌਰਮੈਂਟ ਸਿਰਫ ਉਹਨਾਂ ਨੂੰ ਜੇਲ੍ਹ ਕਰ ਸਕਦੀ ਹੈ ਵੱਧ ਤੋਂ ਵੱਧ, ਪਰ ਜੇਲ੍ਹ ਵੀ ਉਹਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ। ਲਾਅ ਦੇ ਵਿੱਚ ਹਮੇਸ਼ਾ ਕੁਝ ਇਹੋ ਜਿਹੇ ਲੂਪ ਹੋਲਸ ਹੁੰਦੇ ਨੇ
ਜੋ ਵਕੀਲ ਆਪਦੀਆਂ ਦਲੀਲਾਂ ਦੇ ਨਾਲ ਆਪਦੀਆਂ ਜੋ ਉਹਨਾਂ ਦੀ ਪੜ੍ਹਾਈ ਹੁੰਦੀ ਆ ਉਹਨਾਂ ਨੂੰ ਆਪਦੀ ਐਜੂਕੇਸ਼ਨ ਨੂੰ ਵਰਤ ਕੇ ਆਪਦੀਆਂ ਟੈਕਨੀਕਸ ਨੂੰ ਵਰਤ ਕੇ ਕਿਤੇ ਨਾ ਕਿਤੇ ਬਚਾ ਲੈਂਦੀ ਆ ਐਂਡ ਬਚਾ ਵੀ ਲਿਆ ਗਿਆ। ਵੀ ਇਹ ਗੱਲ ਕਹਿਣ ਦੀ ਬੜੀ ਮੰਦਭਾਗੀ ਲੱਗਦੀ ਹੈ ਕਿ ਜਿਹਨੂੰ ਹਿੱਟ ਕੀਤਾ, ਜਿਹਦਾ ਕੋਈ ਕਸੂਰ ਨਹੀਂ ਸੀ, ਜਿਹਦੀ ਫੈਮਿਲੀ ਤਬਾਹ ਹੋ ਗਈ, ਉਹ ਆਪ ਹਜੇ ਵਿਚਾਰਾ ਕੋਮਾ 'ਚੋਂ ਬਾਹਰ ਨਹੀਂ ਆਇਆ, ਅਤੇ ਜਿਹੜਾ ਕਰਨ ਵਾਲਾ ਸਭ ਕੁਛ ਜਿਹਨੇ ਇਹ ਕਾਨੂੰਨ ਭੰਗ ਕੀਤਾ, ਜਿਹਨੇ ਇਹ ਜੁਰਮ ਕੀਤਾ, ਉਹ ਬੇਲ 'ਤੇ ਬਾਹਰ ਵੀ ਆ ਗਿਆ। ਅੱਜ ਤੋਂ ਜੇ ਮੈਂ ਕੁਝ ਟਾਈਮ ਪਹਿਲਾਂ ਦੀ ਗੱਲ ਕਰਾਂ ਤਾਂ ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਉਣੀ ਜਾਂ ਕੋਈ ਵੀ ਡਰੱਗ ਲੈ ਕੇ ਇੰਪੇਅਰਮੈਂਟ ਆਫ ਐਨੀਥਿੰਗ, ਮਤਲਬ ਚਾਹੇ ਉਹ ਡਰੱਗ ਇੰਪੇਅਰਡ ਆ ਚਾਹੇ ਉਹ ਅਲਕੋਹਲ ਪਰ ਇੰਪੇਅਰਡ ਆ, ਤਾਂ ਇਹਨੂੰ ਸੀਰੀਅਸ ਕ੍ਰਾਈਮ ਨਹੀਂ ਮੰਨਿਆ ਜਾਂਦਾ ਸੀ। ਸੀਰੀਅਸ ਕ੍ਰਿਮੀਨੈਲਿਟੀ ਦੇ ਅੰਡਰ ਇਹਨੂੰ ਬੰਦੇ ਨੂੰ ਚਾਰਜ ਨਹੀਂ ਕੀਤਾ ਜਾਂਦਾ ਸੀ। ਪਰ ਹੁਣ ਰੂਲ ਸੀ ਜਿਹੜਾ ਬਿੱਲ ਪਾਸ ਹੋਇਆ ਸੀ C-71, ਉਹ ਬਿੱਲ ਪਾਸ ਹੋਣ ਦਾ ਕਾਰਨ ਸੀ ਕੈਨੇਡੀਅਨ ਗੌਰਮੈਂਟ ਨੇ ਮੈਰੀਜੁਆਨਾ, ਕੋਈ ਮੈਰਵਾਨਾ ਕਹਿੰਦਾ, ਕੋਈ ਮੈਰੀਜੁਆਨਾ ਕਹਿੰਦਾ, ਸਾਡੇ ਪੰਜਾਬ ਦੇ ਵਿੱਚ ਸੁੱਖਾ ਕਹਿੰਦੇ ਉਹਨੂੰ, ਜਦੋਂ ਲੀਗਲ ਕਰਨਾ ਸੀ ਤਾਂ ਉਸ ਤੋਂ ਪਹਿਲਾਂ ਉਹਦੀਆਂ ਕੌਨਸੀਕੁਐਂਸਿਸ ਨੂੰ ਦੇਖ ਕੇ ਵੀ ਕੀ ਪ੍ਰੋਬਲਮ ਆ ਸਕਦੀਆਂ ਨੇ ਅੱਗੇ, ਤਾਂ ਕੈਨੇਡੀਅਨ ਗੌਰਮੈਂਟ ਨੇ ਇੱਕ ਸਖਤ ਰੂਲ ਬਣਾਇਆ ਸੀ, ਲਾਅ ਬਣਾਇਆ ਸੀ ਕਿ ਜੇ ਤੁਸੀਂ ਇੰਪੇਅਰਡ ਫੜੇ ਜਾਂਦੇ ਹੋ ਡਰਾਈਵਿੰਗ ਦੇ ਵਿੱਚ, ਤੁਸੀਂ ਚਾਹੇ ਕਿਸੇ ਵੀ ਡਰੱਗ ਨਾਲ ਇੰਪੇਅਰਡ ਹੋ, ਚਾਹੇ ਡਰੱਗ ਨਾਲ ਇੰਪੇਅਰਡ ਹੋ, ਚਾਹੇ ਅਲਕੋਹਲ ਨਾਲ ਇੰਪੇਅਰਡ ਹੋ, ਤਾਂ ਤੁਹਾਨੂੰ C-71 ਬਿੱਲ ਦੇ ਅੰਡਰ ਚਾਰਜ ਕੀਤਾ ਜਾ ਸਕਦਾ, ਜਿਹਨੂੰ ਇੱਕ ਸੀਰੀਅਸ ਕ੍ਰਾਈਮ ਮੰਨਿਆ ਜਾਊਗਾ। ਐਂਡ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਤਾਂ ਤੁਹਾਡੀ PR ਵੀ ਕੈਂਸਲ ਕੀਤੀ ਜਾ ਸਕਦੀ ਹੈ, ਵਰਸ ਕੌਨਸੀਕੁਐਂਸਿਸ ਨੇ, ਮਤਲਬ ਕਿ ਜੱਜ ਹੱਥ ਇਹ ਵੀ ਇੱਕ ਪਾਵਰ ਹੋਊਗੀ ਕਿ ਉਹ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਕੈਂਸਲ ਕਰ ਸਕੂਗਾ। ਪਰ ਜਿਵੇਂ ਫੇਰ ਗੱਲਾਂ ਕਰ ਦਿੱਤੀਆਂ ਜਾਂਦੀਆਂ ਕਿ ਇਹ ਵਿੱਚ ਜਿਹੜਾ ਉਹਨਾਂ ਨੇ ਕੀਤੀ ਜਾ ਸਕਦੀ ਵਾਲੀ ਗੱਲ ਰੱਖੀ ਹੈ ਨਾ ਕੈਨੇਡੀਅਨ ਗੌਰਮੈਂਟ ਨੇ, ਉਹ ਬਹੁਤ ਗਲਤ ਰੱਖੀ ਆ ਕਿ ਜੇ ਉਹਨੇ ਇਹ ਕਹਿਤਾ ਵੀ ਜੇ ਤੁਸੀਂ ਦਾਰੂ ਪੀ ਕੇ ਚਲਾਉਂਦੇ ਫੜੇ ਜਾਂਦੇ ਹੋ ਜਾਂ ਕੋਈ ਵੀ ਡਰੱਗ ਲੈ ਕੇ ਤੁਸੀਂ ਡਰਾਈਵ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਡੇ 'ਤੇ ਜਿਹੜੀ ਇਹ ਸੀਰੀਅਸ ਕ੍ਰਾਈਮ ਮੰਨਿਆ ਜਾਊਗਾ। ਪਰ ਇਹਦੀ ਇੱਕ ਵਰਸ ਕੌਨਸੀਕੁਐਂਸਿਸ ਇਹ ਵੀ ਹੋ ਸਕਦੀਆਂ ਨੇ ਕਿ ਤੁਹਾਨੂੰ PR ਤੁਹਾਡੀ ਕੈਂਸਲ ਕਰਕੇ ਤੁਹਾਨੂੰ ਰਿਮੂਵਲ ਆਰਡਰਸ ਮਿਲ ਜਾਣ ਅਤੇ ਤੁਹਾਨੂੰ ਬਾਹਰ ਕੱਢ ਦਿੱਤਾ ਜਾਵੇ ਕੰਟਰੀ ਦੇ ਵਿੱਚ। ਪਰ ਮੇਰੇ ਹਿਸਾਬ ਦੇ ਨਾਲ ਹੋਣਾ ਇਹ ਚਾਹੀਦਾ ਆ ਕਿ ਜਦੋਂ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ, ਜੇ ਤੁਸੀਂ ਵਰਕ ਪਰਮਿਟ 'ਤੇ ਹੋ, ਜੇ ਤੁਸੀਂ ਸਟੂਡੈਂਟ ਪਰਮਿਟ 'ਤੇ ਹੋ, ਜੇ ਤੁਹਾਨੂੰ ਇਸ ਕ੍ਰਾਈਮ ਦੇ ਅੰਡਰ ਚਾਰਜ ਹੋ ਜਾਂਦੇ ਹੋ, ਤੁਹਾਡੇ ਬਲੱਡ ਦੇ ਵਿੱਚ ਅਲਕੋਹਲ ਜਾਂ ਕੋਈ ਹੋਰ ਡਰੱਗ ਮਿਲਦਾ ਡਰਾਈਵਿੰਗ ਦੌਰਾਨ, ਤਾਂ ਤੁਹਾਨੂੰ ਰਾਈਟ ਆ ਵੇ ਰਿਮੂਵਲ ਆਰਡਰ ਮਿਲਣੇ ਚਾਹੀਦੇ ਨੇ, ਕਿਉਂਕਿ ਤੁਹਾਡਾ ਜੋ ਕਰਨ ਵਾਲਾ ਜਿਹੜਾ ਇਹ ਕ੍ਰਾਈਮ ਕਰਨ ਵਾਲਾ ਇਨਸਾਨ ਕਿਸੇ ਵੀ ਤਰੀਕੇ ਨਾਲ ਮਾਫ ਨਹੀਂ ਕੀਤਾ ਜਾਣਾ ਚਾਹੀਦਾ। ਆਪਦਾ ਤਾਂ ਉਹ ਨੁਕਸਾਨ ਕਰਦਾ ਹੀ ਕਰਦਾ, ਪਰ ਕਿਸੇ ਬੇਕਸੂਰ ਦੀ ਜ਼ਿੰਦਗੀ ਨਾਲ ਖੇਡਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਸੋ ਮੈਂ ਉਸ ਵੀਰ ਨੂੰ ਦੱਸ ਦੇਣਾ ਚਾਹੁੰਦਾ ਕਿ C-71 ਬਿੱਲ ਤੋਂ ਬਾਅਦ ਇਹਨੂੰ ਸੀਰੀਅਸ ਕ੍ਰਾਈਮ ਦੇ ਅੰਡਰ ਗੌਰਮੈਂਟ ਨੇ ਰੱਖਿਆ, ਜਿਹਦੇ ਵਿੱਚ ਰਿਮੂਵਲ ਆਰਡਰ ਵੀ ਇਸ਼ੂ ਹੋ ਸਕਦੇ ਨੇ, PR ਕੈਂਸਲ ਹੋ ਸਕਦੀ ਆ ਕਿਸੇ ਵੀ ਤਰੀਕੇ ਦੀ ਇੰਪੇਅਰਡ ਜੇ ਤੁਸੀਂ ਡਰਾਈਵਿੰਗ ਦੇ ਨਾਲ, ਮਤਲਬ ਤੁਹਾਡਾ ਡਰੱਗ ਆ ਜਾਂਦਾ, ਤੁਹਾਡੇ ਬਲੱਡ ਦੇ ਵਿੱਚ ਕੋਈ ਵੀ ਡਰੱਗ ਆ ਜਾਂਦਾ, ਜਾਂ ਤੁਹਾਡੇ ਬਲੱਡ ਦੇ ਵਿੱਚ ਕੋਈ ਵੀ ਅਲਕੋਹਲ ਆ ਜਾਂਦੀ ਆ, ਤਾਂ ਤੁਹਾਨੂੰ PR ਵੀ ਕੈਂਸਲ ਕੀਤੀ ਜਾ ਸਕਦੀ ਆ, ਜੇਲ੍ਹ ਵੀ ਹੋ ਸਕਦੀ ਆ, ਲਾਇਸੈਂਸ ਤਾਂ ਕੈਂਸਲ ਔਨ ਸਪੋਟ ਹੋਣਾ ਹੀ ਹੋਣਾ ਆ। ਸੋ ਮੈਂ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ, ਮੈਂ ਸਿਰਫ ਇਹ ਦੱਸਣ ਦੇ ਲਈ ਲਾਈਵ ਹੋਇਆ ਸੀ ਕਿ ਕੈਨੇਡੀਅਨ ਗੌਰਮੈਂਟ ਦਾ ਜਿਹੜਾ ਰੂਲ ਆ ਇਹ ਕੋਈ ਬਹੁਤਾ ਜ਼ਿਆਦਾ ਸਖਤ ਨਹੀਂ ਆ। ਕਿਹਾ ਤਾਂ ਆਏਗਾ ਅਸੀਂ ਵੀ ਬਹੁਤ ਸਖਤ ਰੂਲ ਬਣਾਵਾਂਗੇ, ਪਰ ਇਹ ਓਨਾ ਸਖਤ ਨਹੀਂ ਬਣਾਇਆ ਗਿਆ ਜਿੰਨਾ ਇਹ ਹੋਣਾ ਚਾਹੀਦਾ ਸੀ, ਕਿਉਂਕਿ ਇਹ ਵਿੱਚ ਰੱਖੀ ਗਈ ਹੈ ਵੀ ਤੁਹਾਡੀ PR ਕੈਂਸਲ ਕੀਤੀ ਜਾ ਸਕਦੀ ਵਾਲੀ ਗੱਲ ਵਿੱਚ ਨਹੀਂ ਹੋਣੀ ਸੀ। ਇਹ ਹੋਣਾ ਚਾਹੀਦਾ ਸੀ ਵੀ ਡਾਇਰੈਕਟ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਕੈਂਸਲ ਹੋਊਗੀ ਜੇ ਤੁਸੀਂ ਸ਼ਰਾਬ ਪੀ ਕੇ ਜਾਂ ਕੋਈ ਵੀ ਡਰੱਗ ਲੈ ਕੇ ਗੱਡੀ ਚਲਾਉਂਦੇ ਫੜੇ ਜਾਂਦੇ ਹੋ, ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਵੱਡੇ ਹੋ ਰਹੇ ਨੇ। ਜੋ ਮੈਂ ਉਹ ਮਿਸਿਸਾਗਾ ਦਾ ਕੇਸ ਤੁਹਾਡੇ ਨਾਲ ਡਿਸਕਸ ਕੀਤਾ ਕਿ ਉਸ ਪਰਿਵਾਰ ਦਾ ਕੋਈ ਕਸੂਰ ਵੀ ਨਹੀਂ ਸੀ। ਸੋ ਮੈਂ ਇਹੀ ਕਹੂੰਗਾ ਵੀ ਡੋਂਟ ਡਰਿੰਕ ਐਂਡ ਡਰਾਈਵ ਪਲੀਜ਼। ਜਿਹੜੇ ਮੇਰੇ ਵੀਰ ਇਸ ਵੀਡੀਓ ਨੂੰ ਸੁਣਨਗੇ, ਆਪਾਂ ਨਸ਼ਿਆਂ ਤੋਂ, ਆਪਾਂ ਦਾਰੂ ਤੋਂ, ਆਪਾਂ ਹੋਰ ਸਾਰੇ ਗਲਤ ਕੰਮਾਂ ਤੋਂ ਦੂਰ ਰਹਿਣਾ। ਅਸੀਂ ਆਪਦੀ ਚੰਗੀ ਜੀਵਨ ਦੇ ਭਾਲ ਦੇ ਵਿੱਚ, ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਅਸੀਂ ਆਪਦਾ ਮੁਲਕ ਛੱਡ ਕੇ, ਆਪਦਾ ਪਰਿਵਾਰ ਛੱਡ ਕੇ, ਆਪਦੇ ਮਾਂ ਪਿਓ ਛੱਡ ਕੇ ਦੂਰ ਗਏ ਹਾਂ, ਅਤੇ ਅਸੀਂ ਜੇ ਦੂਰ ਚੰਗੀ ਜ਼ਿੰਦਗੀ ਲਈ ਗਏ ਹਾਂ ਤਾਂ ਅਸੀਂ ਚੰਗੀ ਜ਼ਿੰਦਗੀ ਹੀ ਜਿਉਣੀਏ। ਬਾਕੀ ਜੋ ਮੈਂ ਸਾਰੀ ਦੁਨੀਆ ਨੂੰ ਤਾਂ ਨਹੀਂ ਇਹ ਕਹਿ ਸਕਦਾ ਕਿ ਤੁਸੀਂ ਸ਼ਰਾਬ ਛੱਡ ਦਿਓ ਜਾਂ ਦਾਰੂ ਛੱਡ ਦਿਓ, ਨਾ ਹੀ ਉਹ ਮੇਰੇ ਕਹਿਣ 'ਤੇ ਬਦਲਣਗੇ, ਪਰ ਮੈਂ ਜ਼ਰੂਰ ਕਹੂੰਗਾ ਵੀ ਜੇ ਤੁਸੀਂ ਛੱਡਣੀ ਨਹੀਂ, ਐਟਲੀਸਟ ਘਰੇ ਬੈਠ ਕੇ ਪੀ ਲਓ,
ਕਿਸੇ ਦੇ ਲਈ ਨੁਕਸਾਨਦਾਇਕ ਸਾਬਤ ਹੋਣ ਦੇ ਨਾਲੋਂ ਤਾਂ ਚੰਗਾ ਆ ਕਿ ਤੁਸੀਂ ਆਪਦੇ ਘਰੇ ਬੈਠੇ ਹੋ। ਜੇ ਸਿਹਤ ਖਰਾਬ ਕਰੂਗੀ ਤੁਹਾਡੀ ਕਰੂਗੀ, ਮਾੜੀ ਚੀਜ਼ ਤਾਂ ਮਾੜੀ ਹੋਈ ਹੁੰਦੀ ਆ। ਬਾਕੀ ਮੈਂ ਸਿਰਫ ਇਹ ਕਹੂੰਗਾ ਕਿ ਗੌਰਮੈਂਟ ਨੂੰ ਇਸ ਰੂਲ ਨੂੰ ਚੇਂਜ ਕਰਕੇ ਜੋ ਉਹਨਾਂ ਨੇ ਵਿੱਚ ਕੀਤੀ ਜਾ ਸਕਦੀ ਵਾਲਾ ਪਾਰਟ ਰੱਖ ਲਿਆ, ਉਹ ਕੱਢ ਕੇ ਡਾਇਰੈਕਟ ਕੈਂਸਲੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ, ਰਿਮੂਵਲ ਆਰਡਰਸ ਮਿਲਣੇ ਚਾਹੀਦੇ ਨੇ। ਜੇ ਕੋਈ ਬੰਦਾ ਆਪਣਾ ਉਹਨਾਂ ਦਾ ਕੋਈ ਵੀ ਇਮੀਗਰੈਂਟ ਜਿਹੜਾ ਉੱਥੇ ਜਾਂ ਉੱਥੇ ਸਟੂਡੈਂਟ ਵੀਜ਼ਾ 'ਤੇ ਜਾਂ ਉੱਥੇ ਵਰਕ ਪਰਮਿਟ 'ਤੇ ਗਿਆ ਅਤੇ ਉਹ ਇੰਪੇਅਰਡ ਫੜਿਆ ਜਾਂਦਾ ਕਿਸੇ ਵੀ ਡਰੱਗ ਦੇ ਵਿੱਚ ਜਾਂ ਕਿਸੇ ਵੀ ਅਲਕੋਹਲ ਦੇ ਨਾਲ, ਤਾਂ ਉਹਨੂੰ ਡਾਇਰੈਕਟ ਰਿਮੂਵਲ ਆਰਡਰ ਇਸ਼ੂ ਹੋਣੇ ਚਾਹੀਦੇ ਆ, ਤਾਂ ਜੋ ਲੈਸਨ ਮਿਲ ਸਕੇ ਅੱਗੇ ਤੋਂ ਸਾਡੇ ਯੰਗਸਟਰ ਨੂੰ, ਸਾਡੇ ਲੋਕਾਂ ਨੂੰ, ਕਿ ਇਹ ਆਪਾਂ ਜੁਰਮ ਨਹੀਂ ਕਰਨਾ। ਸੋ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੁਣ ਮੈਂ ਦੱਸ ਦੇਣਾ ਚਾਹੁੰਦਾ ਕਿ ਰੈਗੂਲਰ ਪੰਜਾਬ ਦੇ ਆਫਿਸਿਸ ਦੇ ਵਿੱਚ ਹੀ ਬੈਠੂੰਗਾ। ਤੁਸੀਂ ਇਸ ਟੋਲ ਫਰੀ ਨੰਬਰ ਦੇ ਉੱਤੇ ਕਾਲ ਕਰਕੇ, ਟੋਲ ਫਰੀ ਨੰਬਰ ਦੇ ਉੱਤੇ ਸਿਰਫ ਮਿਸ ਕਾਲ ਕਰਨੀ ਹੈ ਤੁਸੀਂ, ਅਸੀਂ ਤੁਹਾਨੂੰ ਕਾਲ ਬੈਕ ਕਰਾਂਗੇ, ਆਪਾਂ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹਾਂ। ਇੰਨਾ ਕਹਿੰਦਾ ਖਿਮਾ ਦਾ ਜਾ ਚੁੱਕਾ ਜੀ। ਧੰਨਵਾਦ।